ਇਹ ਅਪਲਾਈਡ ਮਕੈਨਿਕਸ ਦਾ ਚੈਪਟਰ ਨੰਬਰ 3 ਮੂਮੈਂਟ ਹੈ। ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਮੂਮੈਂਟ ਦੀ ਬੇਸਿਕ ਇੰਟਰੋਡਕਟਰੀ ਕਨਸੈਪਟ ਬਾਰੇ ਦੱਸਾਂਗੀ। ਸੋ ਸਭ ਤੋਂ ਪਹਿਲਾਂ ਤਾਂ ਮੂਮੈਂਟ ਕੀ ਹੁੰਦਾ ਹੈ? ਮੂਮੈਂਟ ਐਕਚੁਅਲੀ ਕਿਸੇ ਵੀ ਫੋਰਸ ਦੀ ਟੈਂਡੈਂਸੀ ਹੁੰਦੀ ਹੈ ਕਿ ਉਹ ਬਾਡੀ ਨੂੰ ਇੱਕ ਪੁਆਇੰਟ ਦੇ ਦੁਆਲੇ ਘੁਮਾਵੇ। ਇਸ ਤੋਂ ਪਹਿਲੇ ਚੈਪਟਰਸ ਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਕਿ ਫੋਰਸ ਦੀ ਟੈਂਡੈਂਸੀ ਪੁਸ਼ ਅਤੇ ਪੁੱਲ ਕਰਨ ਦੀ ਹੁੰਦੀ ਹੈ, ਜਾਂ ਉਹ ਕਿਸੇ ਚੀਜ਼ ਦੇ ਜਿਹੜਾ ਸਟੇਟ ਆਫ ਮੋਸ਼ਨ ਜਿਹੜਾ ਹੈ ਉਹ ਪ੍ਰੋਡਿਊਸ ਕਰਦੀ ਹੈ, ਜਾਂ ਉਸ ਸਟੇਟ ਆਫ ਮੋਸ਼ਨ ਨੂੰ ਚੇਂਜ ਕਰੇਗੀ ਜਾਂ ਉਸਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ। ਸੋ ਇਟ ਕੈਨ ਬੀ ਈਦਰ ਪੁਸ਼ ਔਰ ਪੁੱਲ। ਇਸ ਤੋਂ ਇਲਾਵਾ ਫੋਰਸ ਦੀ ਜਿਹੜੀ ਇੱਕ ਹੋਰ ਟੈਂਡੈਂਸੀ ਹੁੰਦੀ ਹੈ ਉਹ ਹੈ ਕਿ ਕਿਸੇ ਪੁਆਇੰਟ ਦੇ ਦੁਆਲੇ ਘੁਮਾਉਣ ਦੀ ਸਥਿਤੀ, ਉਹ ਵੀ ਫੋਰਸ ਦੇ ਦੁਆਰਾ ਜਿਹੜੀ ਹੈ ਪੈਦਾ ਕੀਤੀ ਜਾਂਦੀ ਹੈ, ਐਂਡ ਉਸਨੂੰ ਅਸੀਂ ਮੂਮੈਂਟ ਕਹਿੰਦੇ ਹਾਂ। ਸੋ ਦ ਡੈਫੀਨੇਸ਼ਨ ਇਜ਼ ਕਿ ਦ ਮੂਮੈਂਟ ਆਫ ਏ ਫੋਰਸ ਇਜ਼ ਏ measure of its tendency to cause a body to rotate about a specific point or axis। ਕਿਸੇ ਵੀ ਪੁਆਇੰਟ ਜਾਂ ਕਿਸੇ ਐਕਸਿਸ ਦੇ ਦੁਆਲੇ ਬਾਡੀ ਨੂੰ ਘੁਮਾਉਣ ਦੀ ਜਿਹੜੀ ਅਵਸਥਾ ਹੈ ਉਹ ਮੂਮੈਂਟ ਹੁੰਦੀ ਹੈ। ਤਾਂ ਮੂਮੈਂਟ ਕਦੋਂ ਪੈਦਾ ਹੁੰਦਾ ਹੈ? ਜਦੋਂ ਕਿ ਫੋਰਸਿਸ ਜਿਹੜੀ ਫੋਰਸ ਲੱਗ ਰਹੀ ਹੈ ਉਹ ਇਕੁਅਲ ਐਂਡ ਆਪੋਜ਼ਿਟ ਹੋਣ, ਬਟ ਨਾਟ ਡਾਇਰੈਕਟਲੀ ਇਨ ਲਾਈਨ ਵਿਦ ਈਚ ਅਦਰ। ਜੇਕਰ ਸਟੂਡੈਂਟਸ ਇਮੈਜਿਨ ਕਰੋ ਕਿ ਜੇਕਰ ਫੋਰਸਿਸ ਇੱਕ ਲਾਈਨ ਦੇ ਵਿੱਚ ਲੱਗ ਰਹੀਆਂ ਨੇ ਤਾਂ ਉਹ ਇੱਕ ਦੂਸਰੇ ਦੇ ਇਫੈਕਟ ਨੂੰ ਕੈਂਸਲ ਵੀ ਕਰਨਗੀਆਂ। ਦੈਟ ਇਜ਼ ਦ ਕੇਸ ਆਫ ਇਕੁਇਲਿਬਰੀਅਮ ਆਲਸੋ। ਇੱਕ ਦਾ ਇਫੈਕਟ ਦੂਜਾ ਕੈਂਸਲ ਆਊਟ ਕਰ ਰਿਹਾ ਹੈ। ਬਟ ਜਦੋਂ ਫੋਰਸਿਸ ਇੱਕ ਲਾਈਨ ਦੇ ਵਿੱਚ ਨਹੀਂ ਹੈ ਤਾਂ ਉਹ ਇੱਕ ਰੋਟੇਸ਼ਨ ਦਾ ਆਸਪੈਕਟ ਕਾਜ਼ ਕਰਨਗੀਆਂ। ਅਤੇ ਜਦੋਂ ਇੱਕ ਪੁਆਇੰਟ ਦੇ ਦੁਆਲੇ ਆਪਾਂ ਫੋਰਸ ਨੂੰ ਲਗਾ ਰਹੇ ਹਾਂ ਤਾਂ ਇੱਕ ਪੁਆਇੰਟ ਦੇ ਦੁਆਲੇ ਜੇਕਰ ਫੋਰਸ ਘੁੰਮ ਰਹੀ ਹੈ, ਬਾਡੀ ਘੁੰਮ ਰਹੀ ਹੈ, ਤਾਂ ਉਹ ਮੂਮੈਂਟ ਹੋਏਗਾ। ਇਹਦੀ ਇੱਕ ਕਾਮਨ ਜਿਹੀ ਐਗਜ਼ਾਮਪਲ ਹੈ, ਜਦੋਂ ਆਪਾਂ ਕੋਈ ਵੀ ਡੋਰ ਹੈ, ਦਰਵਾਜ਼ਾ ਆਪਣੇ ਘਰ ਦੇ ਵਿੱਚ ਜਿਹੜਾ ਹੁੰਦਾ ਆਪਾਂ ਖੋਲ੍ਹਦੇ ਹਾਂ, ਆਪਾਂ ਹੈਂਡਲ ਤੋਂ ਫੜਦੇ ਹਾਂ, ਦਰਵਾਜ਼ਾ ਜਿਹੜਾ ਹੈ ਉਹ ਇੱਕ ਸਾਈਡ ਤੋਂ ਜਿਹੜਾ ਹੈ ਦੀਵਾਰ ਦੇ ਨਾਲ ਹਿੰਜ ਕੀਤਾ ਹੁੰਦਾ ਹੈ, ਤਾਂ ਜਦੋਂ ਆਪਾਂ ਹੈਂਡਲ ਨੂੰ ਫੜਦੇ ਹਾਂ ਤਾਂ ਉਹ ਹਿੰਜ ਦੇ ਦੁਆਲੇ ਦਰਵਾਜ਼ਾ ਜਿਹੜਾ ਹੈ ਉਹ ਖੁੱਲ੍ਹਦਾ ਅਤੇ ਬੰਦ ਹੁੰਦਾ ਹੈ। ਠੀਕ ਹੈ, ਦਰਵਾਜ਼ੇ ਨੂੰ ਅਸੀਂ ਖੋਲ੍ਹ ਸਕਦੇ ਹਾਂ ਜਾਂ ਉਸ ਬੰਦ ਕਰ ਸਕਦੇ ਹਾਂ। ਸੋ ਇਸ ਹਿੰਜ ਦੇ ਦੁਆਲੇ ਜਿਹੜੀ ਦਰਵਾਜ਼ੇ ਦੀ ਰੋਟੇਸ਼ਨ ਹੈ ਉਹ ਐਕਚੁਅਲੀ ਇੱਕ ਮੂਮੈਂਟ ਹੈ। ਸੋ ਅਸੀਂ ਮੂਮੈਂਟ ਨੂੰ ਮੈਜ਼ਰ ਕਿੱਦਾਂ ਕਰਦੇ ਹਾਂ? ਮੈਜ਼ਰ ਹੈ ਇਸਦਾ ਕਿ it is actually the product of force and the perpendicular distance from the axis to the line of action of the force। ਇਸਨੂੰ ਮੈਂ ਨੈਕਸਟ ਤੁਹਾਨੂੰ ਸਲਾਈਡ ਐਗਜ਼ਾਮਪਲ ਲਵਾਂਗੀ, ਉਸ ਵਿੱਚ ਕਲੀਅਰ ਹੋਏਗਾ। ਸੇ ਦਿਸ ਪਾਰਟ, ਇਸ ਦੇ ਵਿੱਚ ਉਹ ਇੱਕ ਪੁਆਇੰਟ ਹੈ ਜਿਸ ਦੇ ਦੁਆਲੇ ਅਸੀਂ ਰੋਟੇਸ਼ਨ ਜਿਹੜੀ ਹੈ ਉਹ ਫਾਈਂਡ ਕਰਨੀ ਹੈ, ਐਂਡ ਦਿਸ ਬਾਰ ਇਜ਼ ਐਕਚੁਅਲੀ ਅ ਲੀਵਰ। ਟੇਕ ਇਟ ਐਜ਼ ਅ ਲੀਵਰ। ਸਪੋਜ਼ ਇਸ 'ਤੇ ਫੋਰਸ ਇਸ ਮੈਨਰ 'ਚ ਲੱਗ ਰਹੀ ਹੈ ਜਿਵੇਂ ਸ਼ੋ ਕੀਤਾ ਗਿਆ ਹੈ, ਡਾਊਨਵਰਡ ਐਕਸ਼ਨ ਹੈ ਫੋਰਸ ਦਾ। ਠੀਕ ਹੈ, ਐਂਡ ਉਹ ਪੁਆਇੰਟ ਤੋਂ ਫੋਰਸ ਦਾ ਡਿਸਟੈਂਸ ਹੈ ਡੀ। ਤਾਂ ਮੂਮੈਂਟ ਕੀ ਹੋਏਗਾ? ਵਟ ਵਿਲ ਹੈਪਨ ਐਕਚੁਅਲੀ, ਇਸ ਦਾ ਕੀ ਇਫੈਕਟ ਆਏਗਾ ਫੋਰਸ ਦਾ ਕਿ ਇਸ ਪੂਰੇ ਲੀਵਰ ਨੂੰ ਇਹ ਉਹ ਦੇ ਦੁਆਲੇ ਰੋਟੇਸ਼ਨ ਜਿਹੜੀ ਹੈ ਉਹ ਕਾਜ਼ ਕਰੇਗੀ, ਲਾਈਕ ਦਿਸ। ਲੀਵਰ ਦੀ ਪੋਜੀਸ਼ਨ, ਫਿਰ ਫੋਰਸ ਲੱਗੀ, ਫਿਰ ਲੀਵਰ ਦੀ ਪੋਜੀਸ਼ਨ, ਇਸ ਤਰ੍ਹਾਂ ਉਹਦੇ ਦੁਆਲੇ ਇਹ ਲੀਵਰ ਜਿਹੜਾ ਹੈ ਉਹ ਰੋਟੇਟ ਹੋ ਜਾਏਗਾ। ਠੀਕ ਹੈ, ਦੈਟ ਇਜ਼ ਮੂਮੈਂਟ। ਹੁਣ ਕੀ ਹੈ, ਜਿਸ ਪੁਆਇੰਟ ਦੇ ਦੁਆਲੇ ਬਾਡੀ ਘੁੰਮਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਮੂਮੈਂਟ ਸੈਂਟਰ। ਹੁਣ ਇੱਥੇ ਮੂਮੈਂਟ ਸੈਂਟਰ ਉਹ ਹੈ ਜਿਸ ਦੇ ਅਬਾਊਟ ਬਾਡੀ ਨੇ ਰੋਟੇਟ ਕਰਨਾ ਹੈ, ਅਤੇ ਫੋਰਸ ਤੋਂ ਉਸ ਮੂਮੈਂਟ ਸੈਂਟਰ 'ਤੇ ਡਿਸਟੈਂਸ ਨੂੰ ਆਪਾਂ ਕਹਿੰਦੇ ਹਾਂ ਮੂਮੈਂਟ ਆਰਮ। ਠੀਕ ਹੈ ਜੀ, ਇੱਥੇ ਮੂਮੈਂਟ ਆਰਮ ਡੀ ਹੈ, ਮੂਮੈਂਟ ਸੈਂਟਰ O ਹੈ। ਸੋ ਦ ਮੂਮੈਂਟ M of a force F about the point O is equals to the product of F into D। ਸੋ ਇਸਦਾ ਮਤਲਬ ਇਹ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਮੂਮੈਂਟ ਫਾਈਂਡ ਕਰਨਾ ਹੈ ਕਿਸੇ ਵੀ ਪੁਆਇੰਟ ਦੇ ਦੁਆਲੇ M, ਉਹ ਬਰਾਬਰ ਹੋਏਗਾ ਫੋਰਸ ਦੇ ਜਿਹੜੀ ਕਿ ਮੂਮੈਂਟ ਕਾਜ਼ ਕਰ ਰਹੀ ਹੈ, ਮਲਟੀਪਲਾਈ ਬਾਈ ਡਿਸਟੈਂਸ। ਡਿਸਟੈਂਸ ਸਟੂਡੈਂਟਸ ਕਿੱਥੋਂ ਤੱਕ ਲੈਣਾ ਹੈ? ਜਿਸ ਪੁਆਇੰਟ ਦੇ ਦੁਆਲੇ ਬਾਡੀ ਘੁੰਮ ਰਹੀ ਹੈ ਅਤੇ ਜਿਸ ਪੁਆਇੰਟ 'ਤੇ ਫੋਰਸ ਲੱਗ ਰਹੀ ਹੈ ਉੱਥੋਂ ਤੱਕ ਦਾ ਪਰਪੈਂਡੀਕੂਲਰ ਡਿਸਟੈਂਸ, ਉਹ ਸਾਡਾ ਮੂਮੈਂਟ ਹੋਏਗਾ। ਅਗੇਨ ਸੇਮ ਸਲਾਈਡ, ਕੈਲਕੂਲੇਸ਼ਨ ਆਫ ਮੂਮੈਂਟਸ।
The moment of a force acting about a point or axis is found by multiplying the force by the perpendicular distance from the axis called the lever arm. ਉਹੀ ਸੇਮ ਜਿਹੜਾ ਮੈਂ ਤੁਹਾਨੂੰ ਹੁਣੀ ਦੱਸ ਕੇ ਹਟੀ ਹਾਂ ਵੀ ਕੋਈ ਵੀ ਮੂਵਮੈਂਟ ਜਿਹੜਾ ਹੈ ਉਹ ਬਰਾਬਰ ਹੋਏਗਾ ਫੋਰਸ ਤੇ ਜਿਹੜੀ ਮੂਵਮੈਂਟ ਕਾਜ਼ ਕਰ ਰਹੀ ਹੈ ਇਨਟੂ ਪਰਪੈਂਡੀਕੂਲਰ ਡਿਸਟੈਂਸ ਫੋਰਸ ਤੋਂ ਮੂਵਮੈਂਟ ਸੈਂਟਰ ਤੱਕ ਦਾ ਜਿਹੜਾ ਡਿਸਟੈਂਸ ਹੈ ਉਹ ਲੈਣਾ ਹੈ। ਸੋ ਫਾਰਮੂਲਾ ਸਾਡੇ ਕੋਲ ਹੋਇਆ F ਇੰਟੂ D, force into distance. Now the units of the moment. Moment ਦੇ units ਹੁੰਦੇ ਨੇ ਨਿਊਟਨ ਮੀਟਰ। ਕਿਉਂ ਹੁੰਦੇ ਨੇ ਨਿਊਟਨ ਮੀਟਰ? ਬਿਕੋਜ਼ ਮੋਮੈਂਟ ਕੀ ਹੈ F ਇੰਟੂ D, ਤੇ F ਦੇ ਯੂਨਿਟਸ ਕੀ ਹੁੰਦੇ ਨੇ ਨਿਊਟਨ SI ਦੇ ਵਿੱਚ, ਤੇ D ਕੀ ਹੈ ਡਿਸਟੈਂਸ ਹੈ, ਡਿਸਟੈਂਸ ਦੇ ਯੂਨਿਟ SI ਦੇ ਵਿੱਚ ਹੁੰਦੇ ਆ ਮੀਟਰਸ। ਸੋ ਮੋਮੈਂਟ ਦੇ ਯੂਨਿਟਸ ਹੋਏ ਨਿਊਟਨ ਇੰਟੂ ਮੀਟਰ। ਨੈਕਸਟ ਹੈ ਟਾਈਪਸ ਆਫ ਮੋਮੈਂਟਸ। ਜਿਸ ਤਰ੍ਹਾਂ ਦੀ ਵੀ ਫੋਰਸ ਜਿਸ ਡਾਇਰੈਕਸ਼ਨ 'ਚ ਲੱਗ ਰਹੀ ਹੈ ਉਹ ਉਸ ਤਰ੍ਹਾਂ ਦਾ ਮੂਵਮੈਂਟ ਕਾਜ਼ ਕਰੇਗੀ। ਸੋ ਇਸ ਦੇ ਅਕੋਰਡਿੰਗਲੀ ਆਪਾਂ ਇਸ ਨੂੰ 2 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਐਂਟੀ ਕਲੌਕਵਾਈਜ਼ ਮੂਵਮੈਂਟ। ਸਟੂਡੈਂਟਸ ਯੂ ਕੈਨ ਸੀ ਦ ਇਫੈਕਟ ਆਫ ਦ ਫੋਰਸ ਐਕਟਿੰਗ ਔਨ ਦ ਲੀਵਰ। ਆਹ ਲੀਵਰ ਹੈ, ਬਲੂ ਬਾਰ ਜਿਹੜੀ ਸ਼ੋ ਕੀਤੀ ਹੋਈ ਹੈ, ਠੀਕ ਹੈ, ਫੋਰਸ ਗ੍ਰੀਨ ਐਰੋ ਦੇ ਨਾਲ ਰਿਪਰੈਜ਼ੈਂਟ ਕੀਤੀ ਹੋਈ ਹੈ। ਸੋ ਦਿਸ ਇਜ਼ ਫੋਰਸ। ਤਾਂ ਜਦੋਂ ਇਹ ਫੋਰਸ ਇਸ ਲੀਵਰ 'ਤੇ ਲੱਗੀ ਤਾਂ ਇਹ ਬਾਡੀ ਨੂੰ ਇਸ ਲੀਵਰ ਨੂੰ ਕਿਹੜੀ ਡਾਇਰੈਕਸ਼ਨ 'ਚ ਘੁਮਾਏਗੀ? ਐਂਟੀ ਕਲੌਕਵਾਈਜ਼, ਵਿਚ ਇਜ਼ ਸ਼ੋਨ ਐਜ਼ ਐਂਟੀ ਕਲੌਕਵਾਈਜ਼ ਡਾਇਰੈਕਸ਼ਨ, ਠੀਕ ਹੈ। ਤਾਂ ਇਹਨੂੰ ਅਸੀਂ ਕਵਾਂਗੇ ਐਂਟੀ ਕਲੌਕਵਾਈਜ਼ ਮੂਵਮੈਂਟ। ਸਿਮਿਲਰਲੀ ਸੈਕਿੰਡ ਜਿਹੜੀ ਸਕੈਚ ਹੈ, ਸੈਕਿੰਡ ਡਾਇਗਰਾਮ ਜੋ ਹੈ ਉਹ ਸ਼ੋ ਕਰ ਰਹੀ ਹੈ ਕਿ ਲੀਵਰ ਦੇ ਉੱਤੇ ਗ੍ਰੀਨ ਐਰੋ ਹੈਡ ਜਿਹੜਾ ਹੈ ਉਹ ਫੋਰਸ ਸ਼ੋ ਕਰੇ F, ਐਂਡ ਜਿਸ ਤਰ੍ਹਾਂ ਦੀ ਫੋਰਸ ਦੀ ਡਾਇਰੈਕਸ਼ਨ ਉਹ ਲੀਵਰ ਨੂੰ ਕਿਹੜੀ ਡਾਇਰੈਕਸ਼ਨ 'ਚ ਘੁਮਾ ਰਹੀ ਹੈ? ਇਟ ਇਜ਼ ਇਨ ਕਲੌਕਵਾਈਜ਼ ਡਾਇਰੈਕਸ਼ਨ, ਠੀਕ ਹੈ ਜੀ। ਲੀਵਰ ਜਿਹੜਾ ਹੈ ਕਲੌਕਵਾਈਜ਼ ਡਾਇਰੈਕਸ਼ਨ 'ਚ ਘੁੰਮੇਗਾ। ਸੋ ਇਹਨੂੰ ਅਸੀਂ ਕਵਾਂਗੇ ਕਲੌਕਵਾਈਜ਼ ਮੂਵਮੈਂਟ। ਨੈਕਸਟ ਇਜ਼ ਸਾਈਨ ਕਨਵੈਨਸ਼ਨ ਆਫ ਮੂਵਮੈਂਟਸ। ਜਿਹੜੇ ਯੂਜੂਲੀ ਇਹਨਾਂ ਦੀ ਕੋਈ ਸਟੈਂਡਰਡ ਰੂਲ ਨਹੀਂ ਹੈ, ਬਟ ਕਿਉਂਕਿ ਕੈਲਕੂਲੇਸ਼ਨ ਪਰਪਸਿਸ ਵਾਸਤੇ ਸਾਨੂੰ ਕੋਈ ਨਾ ਕੋਈ ਸਾਈਨ ਕਨਵੈਨਸ਼ਨ ਐਜ਼ਿਊਮ ਕਰਨੀ ਪੈਂਦੀ ਹੈ, ਤਾਂ ਆਮ ਤੌਰ 'ਤੇ ਅਸੀਂ ਐਂਟੀ ਕਲੌਕਵਾਈਜ਼ ਮੂਵਮੈਂਟਸ ਨੂੰ ਨੈਗੇਟਿਵ ਅਤੇ ਕਲੌਕਵਾਈਜ਼ ਨੂੰ ਪੋਜ਼ੀਟਿਵ ਲੈਂਦੇ ਹਾਂ। ਸਟੂਡੈਂਟਸ ਇਸ ਤੋਂ ਇਲਾਵਾ ਇਹ ਨੋਟੇਸ਼ਨ ਅਸੀਂ ਚੇਂਜ ਵੀ ਕਰ ਸਕਦੇ ਹਾਂ। ਆਪਾਂ ਕਲੌਕਵਾਈਜ਼ ਨੂੰ ਨੈਗੇਟਿਵ ਅਤੇ ਐਂਟੀ ਕਲੌਕਵਾਈਜ਼ ਨੂੰ ਪੋਜ਼ੀਟਿਵ ਵੀ ਲੈ ਸਕਦੇ ਹਾਂ। ਨਾਓ ਦ ਜਨਰਲ ਐਪਲੀਕੇਸ਼ਨਸ ਆਫ ਮੂਵਮੈਂਟ। ਸਾਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਮੂਵਮੈਂਟ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਮਿਲ ਜਾਂਦੀਆਂ ਨੇ। ਜਿਵੇਂ ਡੋਰ ਦੀ ਐਗਜ਼ਾਮਪਲ ਮੈਂ ਦੱਸੀ ਹੈ, ਆਪਾਂ ਟਾਇਰ ਚੇਂਜ ਕਰਦੇ ਹਾਂ, ਟਾਇਰ ਚੇਂਜ 'ਤੇ ਜਦੋਂ ਅਸੀਂ ਰੈਂਚ ਯੂਜ਼ ਕਰਦੇ ਹਾਂ, ਠੀਕ ਹੈ, ਸਕਰੂਜ਼ ਨੂੰ ਨਿਕਾਲਣ ਵਾਸਤੇ, ਲੂਜ਼ ਐਂਡ ਟਾਈਟਨ ਕਰਨ ਵਾਸਤੇ, ਉਹ ਵੀ ਇੱਕ ਮੂਵਮੈਂਟ ਦੀ ਐਗਜ਼ਾਮਪਲ ਹੈ। ਇਸ ਤੋਂ ਇਲਾਵਾ ਯੂ ਕੈਨ ਸੀ ਇਨ ਦ ਫਸਟ ਪਿਕਚਰ ਵੀਲ ਬੈਰੋ। ਆਮ ਤੌਰ 'ਤੇ ਅਸੀਂ ਦੇਖਿਆ ਹੋਏਗਾ ਸੜਕਾਂ 'ਤੇ ਕੋਈ ਭਾਰ ਚੱਕਣ ਵਾਸਤੇ ਇਸ ਨੂੰ ਯੂਜ਼ ਕੀਤਾ ਜਾਂਦਾ ਹੈ, ਇਹਨੂੰ ਵੀਲ ਬੈਰੋ ਕਹਿੰਦੇ ਆ। ਦੈਨ ਸੈਕਿੰਡ ਪਿਕਚਰ ਇਜ਼ ਆਫ ਲੀਵਰ ਦੀ ਐਗਜ਼ਾਮਪਲ ਹੈ। ਕੋਈ ਹੈਵੀ ਪੱਥਰ, ਕੋਈ ਹੈਵੀ ਬਾਕਸਿਸ ਜਦੋਂ ਆਪਾਂ ਚੱਕਣੇ ਨੇ ਇੱਕ ਲੀਵਰ ਦੀ ਹੈਲਪ ਨਾਲ, ਉਦੋਂ ਵੀ ਮੂਵਮੈਂਟ ਦੀ ਐਪਲੀਕੇਸ਼ਨ ਦੇਖੀ ਜਾ ਸਕਦੀ ਹੈ। ਅਗੇਨ ਥਰਡ ਐਗਜ਼ਾਮਪਲ ਹੈ ਰੈਂਚ ਦੀ ਯੂਜ਼ ਕਰ ਰਹੇ ਹਾਂ। ਰੈਂਚ ਜਦੋਂ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਨਟ ਨੂੰ ਟਾਈਟਨ ਅਤੇ ਲੂਜ਼ ਕਰਨ ਵਾਸਤੇ, ਉੱਥੋਂ ਜਦੋਂ ਆਪਾਂ ਉਸਦੇ ਹੈਂਡਲ 'ਤੇ ਫੋਰਸ ਅਪਲਾਈ ਕਰਦੇ ਹਾਂ, ਉਹ ਵੀ ਇੱਕ ਮੂਵਮੈਂਟ ਦੀ ਐਗਜ਼ਾਮਪਲ ਹੈ। ਅਗਲਾ ਹੈ ਪ੍ਰਿੰਸੀਪਲ ਆਫ ਮੂਵਮੈਂਟਸ। ਸੋ ਪ੍ਰਿੰਸੀਪਲ ਆਫ ਮੂਵਮੈਂਟ ਮੀਨਸ ਕਿ ਜੇਕਰ ਇਕੁਲਿਬਰੀਅਮ ਦੀ ਕੰਡੀਸ਼ਨ ਹੋਵੇ, ਜਿਵੇਂ ਕਿ ਇਸ ਪਿਕਚਰ 'ਚ ਸ਼ੋ ਕੀਤਾ ਗਿਆ ਕਿ ਸੀਸਾ ਹੈ, ਸੀਸਾ ਦੇ ਦੋਨੋਂ ਸਾਈਡਸ 'ਤੇ ਦੋ ਬੇਬੀਜ਼ ਆਪਾਂ ਕਹਿ ਸਕਦੇ ਹਾਂ ਬੈਠੇ ਹੋਏ ਨੇ, ਐਂਡ ਸੀਸਾ ਬਿਲਕੁਲ ਹੌਰੀਜ਼ੌਂਟਲ ਹੈ, ਠੀਕ ਹੈ ਜੀ। ਆਮ ਤੌਰ 'ਤੇ ਸੀਸਾ ਦੇ ਵਿੱਚ ਕੀ ਹੁੰਦਾ ਹੈ, ਇੱਕ ਜਣਾ ਨੀਚੇ ਇੱਕ ਉੱਪਰ, ਇਸ ਤਰ੍ਹਾਂ ਉਹ ਬੱਚੇ ਜਿਹੜੇ ਹੈ ਉਸਨੂੰ ਇੰਜੋਏ ਕਰਦੇ ਨੇ। ਬਟ ਆਪਾਂ ਜੇਕਰ ਇਮੈਜਿਨ ਕਰੀਏ ਮੂਵਮੈਂਟ ਦੀ ਕੰਡੀਸ਼ਨ ਕਿ ਜੇਕਰ ਕੰਪਲੀਟ ਇਕੁਲਿਬਰੀਅਮ ਹੋਵੇ, ਮੀਨਸ ਇੱਕ ਫੋਰਸ ਦੂਜੇ ਦੇ ਇਫੈਕਟ ਨੂੰ ਬੈਲੈਂਸ ਕਰਦੀ ਹੋਵੇ, ਤਾਂ ਸੀਸਾ ਜਿਹੜਾ ਹੈ ਇਸ ਹੌਰੀਜ਼ੌਂਟਲ ਸਟੇਟ ਵਿੱਚ ਹੋਏਗਾ। ਇਸ ਦਾ ਮਤਲਬ ਇਹ ਵੀ ਹੈ ਕਿ ਐਂਟੀ ਕਲੌਕਵਾਈਜ਼ ਮੂਵਮੈਂਟ, ਸਪੋਜ਼ ਇਹ ਬੇਬੀ ਜਿਹੜਾ ਹੈ ਆਪਣਾ ਭਾਰ ਲਗਾ ਕੇ, ਫੋਰਸ ਲਗਾ ਕੇ ਐਂਟੀ ਕਲੌਕਵਾਈਜ਼ ਮੂਵਮੈਂਟ ਜਨਰੇਟ ਕਰ ਰਿਹਾ, ਤਾਂ ਦੂਸਰਾ ਆਪੋਜ਼ਿਟ ਫੋਰਸ ਲਗਾ ਕੇ ਕਲੌਕਵਾਈਜ਼ ਮੂਵਮੈਂਟ ਜਨਰੇਟ ਕਰੇਗਾ, ਠੀਕ ਹੈ ਜੀ। ਅਤੇ ਜੇਕਰ ਐਂਟੀ ਕਲੌਕਵਾਈਜ਼ ਮੂਵਮੈਂਟ ਕਲੌਕਵਾਈਜ਼ ਦੇ ਬਰਾਬਰ ਹੈ, ਦੈਨ ਦ ਸੀਸਾ ਇਜ਼ ਬੈਲੈਂਸਡ, ਤਾਂ ਹੀ ਆਹ ਵਾਲੀ ਕੰਡੀਸ਼ਨ ਆਏਗੀ।
ਸੋ ਇਹ ਪ੍ਰਿੰਸੀਪਲ ਆਫ ਮੂਵਮੈਂਟ ਵੀ ਹੈ। ਸੋ ਪ੍ਰਿੰਸੀਪਲ ਆਫ ਮੂਵਮੈਂਟ ਕਹਿੰਦਾ ਹੈ ਕਿ ਜਦੋਂ ਇਕੁਲਿਬਰੀਅਮ ਦੀ ਕੰਡੀਸ਼ਨ ਹੋਵੇ ਉਦੋਂ ਐਂਟੀ ਕਲੌਕਵਾਈਜ਼ ਮੂਵਮੈਂਟ ਕਲੌਕਵਾਈਜ਼ ਦੇ ਬਰਾਬਰ ਹੁੰਦਾ ਹੈ, ਜਾਂ ਫਿਰ ਆਪਾਂ ਇਸ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਇਕੁਲਿਬਰੀਅਮ ਦੀ ਕੰਡੀਸ਼ਨ ਹੁੰਦੀ ਹੈ ਤਾਂ ਸਾਰੇ ਸਮ ਆਫ ਮੂਵਮੈਂਟਸ ਜ਼ੀਰੋ ਹੋਣਗੇ। ਠੀਕ ਹੈ ਜੀ, ਐਂਟੀ ਕਲੌਕਵਾਈਜ਼ ਤੇ ਕਲੌਕਵਾਈਜ਼ ਸਭ ਨੂੰ ਜੇਕਰ ਆਪਾਂ ਜੋੜ ਦਈਏ ਤਾਂ ਆਨਸਰ ਜ਼ੀਰੋ ਆਵੇ, ਉਹ ਹੈ ਪ੍ਰਿੰਸੀਪਲ ਆਫ ਮੂਵਮੈਂਟਸ। ਥੈਂਕ ਯੂ ਸੋ ਮਚ।